ਭਾਰਤ ਪਾਕਿਸਤਾਨ ਦੇ ਸਿੰਘ ਇੱਕ ਵਾਰ ਫਿਰ ਤੋਂ ਉਲਝ ਚੁੱਕੇ ਨੇ ਤੇ ਇਸ ਵਾਰ ਵਪਾਰ ਦੀ ਆੜ ਤੇ ਹੋ ਰਹੀ ਹੈ ਤਸਕਰੀ ਤੇ ਇਸ ਨੇ ਦੋਹਾਂ ਦੇਸ਼ਾਂ ਦੇ ਸੰਬੰਧਾਂ ਨੂੰ ਆਣ ਘੇਰਿਆ ਹੈ। ਕੁਝ ਦਿਨ ਪਹਿਲਾਂ ਪਾਕਿਸਤਾਨ ਤੋਂ ਤੁਰੇ ਟਰੱਕਾਂ ਦੀ ਤਲਾਸ਼ੀ ਨੇ ਇਹ ਸਾਫ਼ ਕਰ ਦਿੱਤਾ ਕਿ ਕਾਫੀ ਲੰਬੇ ਸਮੇਂ ਤੋਂ ਜੇ ਸਰਹੱਦ ਪਾਰ ਜੋ ਵਪਾਰ ਦੀ ਆੜ ਤੇ ਤਸਕਰੀ ਤੇ ਕਿਆਸ ਲਾਏ ਜਾ ਰਹੇ ਸੀ ਉਹ ਕਿਆਸ ਨਹੀਂ ਸਗੋਂ ਹਕੀਕਤ ਹੈ। ਹਕੀਕਤ ਸਾਫ਼ ਹੋਣ ਤੋਂ ਬਾਅਦ ਵੀ ਨਹੀਂ ਮੰਨ ਰਿਹਾ ਪਾਕਿस्तान। ਤੇ ਅੱਜ ਦੀ ਖਾਸ ਪੇਸ਼ਕਸ਼ ਸਰਹੱਦੀ ਘੇਰਾਬੰਦੀ ਡਰਾਈਵਰਾਂ ਦੀ ਨਾਕਾਬੰਦੀ। ਭਾਰਤ ਵੱਲੋਂ ਜਦੋਂ ਕੁਝ ਦਿਨ ਪਹਿਲਾਂ ਪਾਕਿस्तान ਤੋਂ ਆ ਰਹੇ 49 ਟਰੱਕਾਂ ਦੀ ਰੂਟੀਨ ਤਲਾਸ਼ੀ ਲਈ ਗਈ ਤਾਂ ਇੱਕ ਟਰੱਕ ਤੋਂ 100 ਕਰੋੜ ਰੁਪਏ ਦੀ ਬ੍ਰਾਊਨ ਸ਼ੂਗਰ ਬਰਾਮਦ ਹੋਈ। ਇਸ ਟਰੱਕ ਨੂੰ ਤਲਾਸ਼ੀ ਲੈਣ ਦੇ ਲਈ ਰੋਕ ਲਿਆ ਗਿਆ पर दूजे पासे भारत दे गए 27 ट्रकों नूं पाकिस्तान ने रोक के ड्राइवरां नूं बंदी बना लिया ते रिहाई दी शर्त रखी सारे दे सारे ट्रकों दी रिहाई। सरहदां दे गुंजल विच फस चुकी है वपार दी सवारी। जी हाँ, भारत तो पाकिस्तान ते पाकिस्तान तो भारत रोजमर्रा दी चीज़ां दा आदान प्रदान करन लई वरते जांदे ट्रक अज सरहदी पेच विच फस चुके ने। सब तो पहला पाकिस्तान दे 49 ट्रक भारत आउंदे ने बदामां दी खेप लैके ते इस विच एक ट्रक अजिहा हुंदा है जिस विच सी ब्राउन शुगर। जब भारतीय चेक पोस्ट ते ऐसी चेकिंग हुई तो बादाम दी बोरियां थले 114 पैकेट ब्राउन शुगर दे हासिल हुए। 9 almond bags were containing about 114 packets of allegedly brown sugar and total 114 packets, which means about 114 kilograms, about a quintal of brown sugar, which is the biggest ever haul in Kashmir. Now, as per the international market, this contraband is valued at about 100 crore rupees in the international market. 100 crore rupees, gentlemen, which is a huge amount. इस ट्रक नूं रोक लिया गया। ਇਹ ਖਬਰ ਜਦ ਪਾਕਿਸਤਾਨ ਪਹੁੰਚੀ ਤਾਂ ਉਹਨਾਂ ਭਾਰਤ ਦੇ ਉੱਥੇ ਪਹੁੰਚੇ 27 ਟਰੱਕਾਂ ਤੇ ਆਪਣੀ ਨਾਕਾਬੰਦੀ ਕਰ ਦਿੱਤੀ। ਡਰਾਈਵਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਭਾਰਤ ਨੇ ਪਾਕਿਸਤਾਨੀ ਅਧਿਕਾਰੀਆਂ ਨਾਲ ਬੈਠਕ ਕੀਤੀ ਤੇ ਆਪਣੇ ਟਰੱਕਾਂ ਦੀ ਰਿਹਾਈ ਦੀ ਮੰਗ ਕੀਤੀ। ਬਦਲੇ ਵਿੱਚ ਪਾਕਿਸਤਾਨ ਨੇ ਆਪਣੇ ਟਰੱਕਾਂ ਦੀ ਰਿਹਾਈ ਦੀ ਮੰਗ ਰੱਖ ਦਿੱਤੀ। ਭਾਰਤ ਨੇ 49 ਵਿੱਚੋਂ 48 ਟਰੱਕ ਵਾਪਸ ਕਰਨ ਦਾ ਪ੍ਰਸਤਾਵ ਰੱਖਿਆ ਤੇ ਇਹ ਕਿਹਾ ਕਿ ਇੱਕ ਟਰੱਕ ਨੂੰ ਜਿਸ ਵਿੱਚੋਂ ਬ੍ਰਾਊਨ ਸ਼ੂਗਰ ਹਾਸਿਲ ਹੋਈ ਹੈ ਉਸ ਨੂੰ ਜਾਂਚ ਤੋਂ ਬਾਅਦ ਰਿਹਾ ਕੀਤਾ ਜਾਏਗਾ। ਪਰ ਪਾਕਿਸਤਾਨ ਪੂਰੇ ਦੇ ਪੂਰੇ ਟਰੱਕਾਂ ਦੀ ਰਿਹਾਈ ਤੇ ਅੜਿਆ ਰਿਹਾ ਤੇ ਭਾਰਤੀ ਡਰਾਈਵਰਾਂ ਨੂੰ ਕੋਈ ਦੋਸ਼ ਨਾ ਹੁੰਦਿਆਂ ਹੋਇਆਂ ਵੀ ਹਿਰਾਸਤ ਵਿੱਚ ਰੱਖ ਲਿਆ ਗਿਆ। ਸਰਹੱਦਾਂ ਦੇ ਉਸ ਪਾਰ ਫਸ ਚੁੱਕੇ ਨੇ ਨਿਰਦੋਸ਼ ਤੇ 27 ਡਰਾਈਵਰ ਜੋ ਹੁਣ ਉਦੋਂ ਹੀ ਰਿਹਾ ਹੋ ਸਕਣਗੇ ਜਦ ਕੋਈ ਹੱਲ ਨਿਕਲੇਗਾ। ਹੱਲ ਕਦੋਂ ਨਿਕਲੇਗਾ ਇਹ ਇੱਕ ਗੁੰਝਲਦਾਰ ਸਵਾਲ ਹੈ। ਜਵਾਬ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਭਾਰਤ ਵਾਸੀ ਤੇ ਟਰੱਕ ਡਰਾਈਵਰਾਂ ਦੇ ਘਰ ਵਾਲੇ। ਉਮੀਦ ਕਰਦੇ ਹਾਂ ਕਿ ਜਲਦ ਜਵਾਬ ਮਿਲੇਗਾ। 27 ਦੇ 27 ਟਰੱਕਾਂ ਦੇ ਸਾਰੇ ਡਰਾਈਵਰ ਸਰਹੱਦ ਪਾਰ ਕੈਦ ਨੇ। ਕਈ ਦਿਨ ਹੋ ਚੁੱਕੇ ਨੇ ਉਹਨਾਂ ਨੂੰ ਆਪਣੇ ਪਰਿਵਾਰਾਂ ਨੂੰ ਛੱਡੇ ਹੋਏ, ਪਰ ਪਾਕਿस्तान ਇਸ ਮੰਗ ਤੇ ਬਜ਼ਿੱਦ ਖੜਾ ਹੈ ਕਿ ਉਸਦੇ ਟਰੱਕ ਵਾਪਸ ਆਉਣਗੇ ਤਾਂ ਹੀ ਡਰਾਈਵਰਾਂ ਨੂੰ ਰਿਹਾ ਕੀਤਾ ਜਾਏਗਾ। ਭਾਰਤ ਇੱਕ ਟਰੱਕ ਨੂੰ ਰੋਕ ਕੇ ਸਾਰੇ ਟਰੱਕ ਭੇਜਣ ਦੇ ਲਈ ਤਿਆਰ ਹੈ, ਪਰ ਪਾਕਿस्तान ਆਪਣੇ ਪੂਰੇ 49 ਟਰੱਕਾਂ ਦੀ ਵਾਪਸੀ ਚਾਹੁੰਦਾ ਹੈ। ਇਹੀ ਕਾਰਨ ਹੈ ਕਿ ਆਪਣੇ ਘਰਦਿਆਂ ਦੀ ਰਿਹਾਈ ਦੇ ਲਈ ਪਰਿਵਾਰ ਸੜਕਾਂ ਤੇ ਨੇ। ਪਾਕਿस्तान ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ 27 ਭਾਰਤੀ ਟਰੱਕਾਂ ਨੂੰ ਉਹਨਾਂ ਦੇ ਡਰਾਈਵਰਾਂ ਸਮੇਤ ਪਾਕਿस्तान ਨੇ ਰੋਕ ਰੱਖਿਆ। ਹੁਣ ਇਹਨਾਂ ਭਾਰਤੀ ਚਾਲਕਾਂ ਦੇ ਪਰਿਵਾਰ ਵਾਲਿਆਂ ਨੂੰ ਇਹ ਚਿੰਤਾ ਸਤਾ ਰਹੀ ਹੈ ਕਿ ਹੁਣ ਉਹਨਾਂ ਦੇ ਘਰ ਵਾਲੇ ਕਦੋਂ ਵਾਪਸ ਆਉਣਗੇ। ਉਹਨਾਂ ਦੇ ਘਰਾਂ ਦੇ ਵਿੱਚ ਸੋਗ ਜਿਹਾ ਮਾਹੌਲ ਹੈ। ਪਾਕ ਕਬਜ਼ੇ ਹੇਠਾਂ ਕਸ਼ਮੀਰ ਵਿੱਚ ਮਾਲ ਲੈ ਕੇ ਗਏ ਸੁਮਿਤਪਾਲ ਸਿੰਘ ਦੇ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਰਿਵਾਰ ਨੂੰ ਚਲਾਉਣ ਵਾਲਾ ਸੁਮਿਤ ਇਕਲੌਤਾ ਕਮਾਊ ਸੀ। मेरा बेटा ट्रेन लेके पाकिस्तान गया था, उससे पहले भी वो जाता था 5-6 सालों के उसको ट्रेन करते हुए। तो इस साल वही बेटा मेरा है जो हमारे घर की परवरिश कर रहा है, घर चला रहा है। बेटे का इंतजार कर रहे हैं कब आएगा वो, इसलिए हमारे बेटे को भेजा जाए और जो उसके साथ है उनको भी छोड़ा जाए, जो इधर है उनको भी छोड़ा जाए, क्योंकि हमें यही बेटा कमाने वाला है, हम खाने वाले हैं। मेरा हस्बैंड शुगर पेशेंट है,
इसलिए हम आपसे रिक्वेस्ट करते हैं कि हमारे बच्चे को घर भेजा जाए। ਪਰ ਹੁਣ ਉਸ ਦੇ ਆਉਣ ਦਾ ਕੋਈ ਅਤਾ ਪਤਾ ਨਹੀਂ ਹੈ ਤੇ ਨਾ ਹੀ ਸਰਕਾਰ ਵੱਲੋਂ ਕੋਈ ਭਰੋਸਾ ਦਿੱਤਾ ਜਾ ਰਿਹਾ ਹੈ। हम गवर्नमेंट से ये इल्तिजा करते हैं कि वो जो मेरा बेटा है उनके साथ जो बाकी लड़के भी हैं उनको भी छोड़ा जाए, उसको भी छोड़ा जाए। घर में बहुत परेशानी है, मेहमान हमारे दूर दूर से आ रहे हैं, जम्मू से आ रहे हैं। इस टाइम घर में बहुत से लोग घर में बैठे हैं कि वो बेटा मेरा कब आएगा। तो हम बहुत घर में परेशान हैं, माँ बहुत परेशान है, बहन भाई बहुत परेशान है। ਠੀਕ ਇਹੀ ਹਾਲ ਇੱਕ ਹੋਰ ਟਰੱਕ ਡਰਾਈਵਰ ਅਲਤਾਫ ਅਹਿਮਦ ਦੇ ਪਰਿਵਾਰ ਵਾਲਿਆਂ ਦਾ ਵੀ ਹੈ। ਅਲਤਾਫ ਅਹਿਮਦ ਦੇ ਵਿਆਹ ਨੂੰ ਹਾਲੇ ਕੁਝ ਮਹੀਨੇ ਹੀ ਬੀਤੇ ਨੇ। ਉਸਦੀ ਪਤਨੀ ਦਾ ਕਹਿਣਾ ਹੈ ਕਿ ਉਸਦਾ ਪਤੀ ਬੇਗੁਨਾਹ ਹੈ। ਉਸ ਮੁਤਾਬਿਕ ਇੱਕ ਦੀ ਖਤਾ ਦੀ ਸਜ਼ਾ ਬਾਕੀਆਂ ਨੂੰ ਕਿਉਂ ਮਿਲ ਰਹੀ ਹੈ। हम बहुत परेशान हैं। मेरी शादी को अभी 1.5 महीना हुआ है। मेरा पति यहाँ से पाकिस्तान गया है कि एक ने गलती की है, सब लोगों को सज़ा क्यों मिल रही है? ये क्या बात हुई है? कैसा कानून बनाया इन लोगों ने? ये कौन सा रूल है? एक गलती करे सबको सज़ा मिले। ਗੌਰਤਲਬ ਹੈ ਕਿ ਕਸ਼ਮੀਰ ਤੋਂ ਇਸਲਾਮਾਬਾਦ ਉੜੀ ਦੇ ਰਸਤੇ ਅਮਨ ਕਮਾਨ ਸੇਤੂ ਪਾਰ ਕਰਦਿਆਂ ਹੋਇਆਂ ਜੰਮੂ ਕਸ਼ਮੀਰ ਦੇ 27 ਟਰੱਕ ਸਮਾਨ ਲੈ ਕੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਗਏ ਸਨ ਤੇ ਉਸੇ ਦੌਰਾਨ LOC ਪਾਰ ਤੋਂ 39 ਟਰੱਕ ਸਮਾਨ ਲੈ ਕੇ ਇਸ ਵੱਲ ਆਏ। ਪਰ ਉਹਨਾਂ ਵਿੱਚੋਂ ਇੱਕ ਟਰੱਕ ਵਿੱਚ ਬਰਾਊਨ ਸ਼ੂਗਰ ਦੇ 114 ਪੈਕੇਟ ਪੁਲਿਸ ਨੂੰ ਤਲਾਸ਼ੀ ਦੌਰਾਨ ਮਿਲੇ ਤੇ ਉਸ ਤੋਂ ਬਾਅਦ ਹੀ ਇਹ ਵਿਵਾਦ ਸ਼ੁਰੂ ਹੋ ਗਿਆ ਤੇ ਹੁਣ ਦੋਹਾਂ ਮੁਲਕਾਂ ਦੇ ਵਿੱਚ ਇਹ ਵਿਵਾਦ ਤਣਾਅ ਦਾ ਕਾਰਨ ਬਣ ਚੁੱਕਿਆ ਹੈ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਬੰਦਕ ਬਣਾਏ ਡਰਾਈਵਰਾਂ ਦੇ ਪਰਿਵਾਰ ਵਾਲਿਆਂ ਵਿੱਚ ਖਾਸੀ ਚਿੰਤਾ ਵਿਖਾਈ ਦੇ ਰਹੀ ਹੈ। ਸ਼੍ਰੀਨਗਰ ਮੁਜ਼ੱਫਰਾਬਾਦ ਰੋਡ ਤੇ ਜਾਮ ਲਾ ਕੇ ਉਹਨਾਂ ਜੰਮ ਕੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਛੇਤੀ ਹੀ ਰਿਹਾਈ ਦੀ ਮੰਗ ਕੀਤੀ ਹੈ। ਘਟਨਾ ਸ਼੍ਰੀਨਗਰ ਤੋਂ ਕਰੀਬਨ 60 ਕਿਲੋਮੀਟਰ ਦੂਰ ਬਾਰਾਮੂਲਾ ਜ਼ਿਲ੍ਹੇ ਦੇ ਸ਼ੀਰੀ ਇਲਾਕੇ ਦੀ ਹੈ, ਜਿੱਥੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਬੰਦਕ ਬਣਾਏ ਗਏ ਡਰਾਈਵਰਾਂ ਦੇ ਪਰਿਵਾਰ ਵਾਲਿਆਂ ਨੇ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ। ਪਰਿਵਾਰ ਵਾਲਿਆਂ ਨੇ ਕਈ ਘੰਟੇ ਤੱਕ ਸ਼੍ਰੀਨਗਰ ਮੁਜ਼ੱਫਰਾਬਾਦ ਰੋਡ ਨੂੰ ਜਾਮ ਕਰੀ ਰੱਖਿਆ ਅਤੇ ਆਪਣੇ ਘਰਦਿਆਂ ਨੂੰ ਛੇਤੀ ਹੀ ਰਿਹਾ ਕਰਨ ਦੀ ਮੰਗ ਕੀਤੀ। ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਇੱਕ ਹਫ਼ਤੇ ਤੋਂ ਵੀ ਵੱਧ ਦਾ ਸਮਾਂ ਹੋ ਗਿਆ, ਪਰ ਹਾਲੇ ਤੱਕ ਸਰਕਾਰ ਨੇ ਕੋਈ ਠੋਸ ਕਦਮ ਨਹੀਂ ਚੁੱਕਿਆ ਜਿਸ ਨਾਲ ਬੰਦਕ ਡਰਾਈਵਰਾਂ ਨੂੰ ਵਾਪਸ ਲਿਆ ਜਾ ਸਕੇ। हमारे जो ड्राइवर साहिबान हैं 27 ड्राइवर साहिबान हैं, उनके लिए हमने सुना है कि उनके लिए माकूल इंतज़ाम उधर नहीं है। एक टीन शेड में वो बेचारे पड़े हुए हैं। अगर यहाँ देखा जाए कि इस्लामाबाद में जो पाकिस्तान के ड्राइवर साहिबान हैं उनके लिए यहाँ की गवर्नमेंट ने बहुत ही अच्छी फैसिलिटी रखी है, मगर बदकिस्मती की बात है जो यहाँ कश्मीर के ड्राइवर हैं वो वहाँ इंतहाई मुश्किलात के शिकार हैं। ਉਨ੍ਹਾਂ ਮੁਤਾਬਿਕ ਬੰਦਕ ਬਣਾਏ ਗਏ ਡਰਾਈਵਰ ਦੇ ਨਾਲ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਕਾਫੀ ਦੁਰਵਿਵਹਾਰ ਕੀਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਉਹ ਕਾਫੀ ਚਿੰਤਤ ਨੇ ਅਤੇ ਉਹ ਚਾਹੁੰਦੇ ਨੇ ਕਿ ਉਹਨਾਂ ਨੂੰ ਛੇਤੀ ਤੋਂ ਛੇਤੀ ਰਿਹਾ ਕਰਵਾਇਆ ਜਾਵੇ। उनका इंतहाई नाक़िस इंतज़ाम है वहाँ पर। जिन्होंने ये ट्रेड में गलती की है, ड्रग्स वगैरह का इस्तेमाल किया है, गवर्नमेंट उनको सजा दे, आम इंसान को क्यों फंसाए? वो ड्राइवर वहाँ मजदूरी के लिए गए थे, माल लेके गए थे, वहाँ पर उन्होंने उनको यरगमाल बना के रखा है, एक किस्म का समझा हथियार बना के रखा है एक आम इंसान को। यहाँ पर जो मजिस्ट्रेट हैं उनका भी काफ़ी नाक़िस इंतज़ाम है। यहाँ पर हमारे घरों में जो बच्चे हैं उनके वो भूखे मर रहे हैं, गाड़ियों का भी कर्जा है, बैंक यहाँ से आ रहे हैं, किस्तें हो रही है। ਗੌਰਤਲਬ ਹੈ ਕਿ ਡਰੱਗ ਤਸਕਰੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਦੇ ਵਿੱਚ ਕਮਾਨ ਪੋਸਟ ਤੇ ਇੱਕ ਬੈਠਕ ਵੀ ਹੋਈ ਸੀ, ਜਿਸ ਵਿੱਚ ਪਾਕਿਸਤਾਨੀ ਅਧਿਕਾਰੀ ਨੇ ਸਾਫ਼ ਤੌਰ ਤੇ ਹਿਰਾਸਤ ਵਿੱਚ ਲਏ ਪਾਕਿਸਤਾਨੀ ਡਰਾਈਵਰਾਂ ਦੀ ਮੰਗ ਤੇ ਦਬਾਅ ਪਾਇਆ ਸੀ ਅਤੇ 48 ਟਰੱਕਾਂ ਦੀ ਵਾਪਸੀ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਸੀ। ਉੱਥੇ ਹੀ ਪਾਕਿਸਤਾਨੀ ਅਧਿਕਾਰੀ ਦੁਆਰਾ ਪਿਛਲੇ ਸ਼ੁੱਕਰਵਾਰ ਨੂੰ ਕਸ਼ਮੀਰ ਤੋਂ ਇਸਲਾਮਾਬਾਦ ਉੜੀ ਦੇ ਰਸਤੇ ਅਮਨ ਕਮਾਨ ਸੇਤੂ ਪਾਰ ਕਰਦੇ ਹੋਏ ਜੰਮੂ ਕਸ਼ਮੀਰ ਦੇ 27 ਟਰੱਕ ਸਮਾਨ ਲੈ ਕੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਗਏ ਟਰੱਕਾਂ ਅਤੇ ਉਹਨਾਂ ਦੇ ਚਾਲਕਾਂ ਨੂੰ ਹਾਲੇ ਤੱਕ ਬਿਨਾਂ ਕਿਸੇ ਦੋਸ਼ ਦੇ ਬੰਦੀ ਬਣਾਇਆ ਹੋਇਆ ਹੈ, ਜਿਸ ਕਰਕੇ ਭਾਰਤੀ ਟਰੱਕ ਚਾਲਕਾਂ ਦੇ ਪਰਿਵਾਰ ਵਾਲਿਆਂ ਵਿੱਚ ਚਿੰਤਾ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ। ਇੰਨਾ ਹੀ ਨਹੀਂ, ਇਸ ਘਟਨਾ ਤੋਂ ਬਾਅਦ ਪਾਕਿਸਤਾਨ ਵੱਲੋਂ ਉੜੀ ਮੁਜ਼ੱਫਰਾਬਾਦ ਅਤੇ ਪੁੰਛ ਰਾਵਲਕੋਟ ਵਪਾਰ ਦੇ ਇਲਾਵਾ ਬੱਸ ਸਰਵਿਸ ਨੂੰ ਵੀ ਸਥਗਿਤ ਕਰਤਾ ਗਿਆ, ਜਿਸ ਨਾਲ ਦੋਹਾਂ ਦੇਸ਼ਾਂ ਦੇ ਵਿਚਕਾਰ ਤਣਾਅ ਵੱਧਦਾ ਹੋਇਆ ਦਿਖਾਈ ਦੇ ਰਿਹਾ ਹੈ। ਸਰਹੱਦ ਪਾਰ ਖੜਾ ਵਪਾਰ, ਇਹ ਸੀ ਸਾਡੀ ਖਾਸ ਪੇਸ਼ਕਸ਼। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਜਲਦ ਵਾਪਸ ਆਉਂਦੇ ਹਾਂ।
ਸਾਲ 2008 ਤੋਂ ਹੀ ਇਹ ਸ਼ੱਕ ਜਤਾਇਆ ਜਾ ਰਿਹਾ ਸੀ ਕਿ ਸਰਹੱਦ ਦੇ ਪਾਰ ਤੋਂ ਸ਼ੁਰੂ ਹੋਏ ਇਸ ਵਪਾਰ ਦੀ ਪਹਿਲ ਦਾ ਇਸਤੇਮਾਲ ਪਾਕਿਸਤਾਨ ਤਸਕਰੀ ਦੇ ਵਿੱਚ ਕਰ ਰਿਹਾ ਹੈ। ਪਰ ਠੋਸ ਸਬੂਤਾਂ ਦੀ ਅਣਹੋਂਦ ਦੇ ਚਲਦਿਆਂ ਇੱਕ ਕਿਆਸ ਤੱਕ ਹੀ ਸੀਮਤ ਰਿਹਾ। ਪਰ ਜਦੋਂ 100 ਕਰੋੜ ਦੀ ਬ੍ਰਾਊਨ ਸ਼ੂਗਰ ਸਰਹੱਦ ਪਾਰ ਤੋਂ ਆ ਰਹੇ ਟਰੱਕ ਤੋਂ ਬਰਾਮਦ ਹੋਈ ਤਾਂ ਕਿਆਸ ਹਕੀਕਤ ਦੇ ਵਿੱਚ ਬਦਲ ਗਏ। ਸ਼੍ਰੀਨਗਰ ਮੁਜ਼ੱਫਰਾਬਾਦ ਦੇ ਵਿਚਕਾਰ ਵਪਾਰ 21 ਅਕਤੂਬਰ 2008 ਦੇ ਵਿੱਚ ਸ਼ੁਰੂ ਹੋਇਆ। ਇਹ ਦੂਸਰਾ ਵੱਡਾ CBMC ਜੋ ਦੋਹਾਂ ਮੁਲਕਾਂ ਦੇ ਵਿੱਚ ਵਪਾਰ ਦੀ ਇੱਕ ਨਵੀਂ ਉਮੀਦ ਜਗਾ ਕੇ ਸ਼ੁਰੂ ਕੀਤਾ ਗਿਆ ਸੀ। ਇਸ ਦੇ ਨਾਲ ਦੋਹਾਂ ਦੇਸ਼ਾਂ ਦੇ ਆਰਥਿਕ ਸੰਬੰਧ ਮਜ਼ਬੂਤ ਹੋਣਗੇ, ਰਿਸ਼ਤਿਆਂ ਵਿੱਚ ਸੁਧਾਰ ਆਏਗਾ, ਦੂਰੀਆਂ ਮਿਟਣਗੀਆਂ। ਇਹੀ ਇੱਕ ਮੰਤਵ ਲੈ ਕੇ ਇਹ ਵਪਾਰ ਸ਼ੁਰੂ ਹੋਇਆ। ਪਰ ਇਹ ਵਪਾਰ ਸ਼ੁਰੂ ਤੋਂ ਹੀ ਸ਼ੱਕ ਦੇ ਘੇਰੇ ਵਿੱਚ ਰਿਹਾ। ਕਦੇ ਹਵਾਲਾ ਦੇ ਰੁਪਿਆਂ ਨੂੰ ਲੈ ਕੇ ਤੇ ਕਦੇ ਤਸਕਰੀ ਦੇ ਦੋਸ਼ਾਂ ਨੂੰ ਲੈ ਕੇ ਇਹ ਵਪਾਰ ਹਮੇਸ਼ਾ ਸ਼ੱਕ ਦੇ ਘੇਰੇ ਵਿੱਚ ਰਿਹਾ। ਹੁਣ ਇਹ ਸ਼ੱਕ ਹਕੀਕਤ ਵਿੱਚ ਵੀ ਤਬਦੀਲ ਹੋ ਚੁੱਕਿਆ ਹੈ। ਹਥਿਆਰਾਂ ਦੀ ਤਸਕਰੀ ਨਹੀਂ, ਹੁਣ ਤਾਂ ਡਰੱਗ ਤਸਕਰੀ ਦੀ ਵੀ ਖੁਲਾਸਾ ਹੋ ਚੁੱਕਿਆ ਹੈ। ਭਾਵੇਂ ਕਿ ਇਸ ਵਪਾਰ ਦੇ ਨਾਲ ਦੋਹਾਂ ਦੇਸ਼ਾਂ ਦੇ ਵਿੱਚ ਆਰਥਿਕ ਸੰਬੰਧ ਸੁਧਰੇ ਵੀ ਹੋਣ, ਪਰ ਹੁਣ ਇਹ ਰਸਤਾ ਡਰੱਗ ਮਾਫੀਆ ਤੇ ਅੱਤਵਾਦੀਆਂ ਵੱਲੋਂ ਵੀ ਇਸਤੇਮਾਲ ਵਿੱਚ ਲਿਆਂਦਾ ਜਾਂਦਾ ਹੈ। ਇਹ ਸਭ ਕੁਝ ਸਾਫ਼ ਉਦੋਂ ਹੋਇਆ ਜਦ ਕੁਝ ਦਿਨ ਪਹਿਲਾਂ ਉੱਤਰੀ ਕਸ਼ਮੀਰ ਦੀ ਬਾਰਾਮੂਲਾ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਪਾਕਿਸਤਾਨ ਦੇ ਵੱਲੋਂ ਆ ਰਹੇ ਟਰੱਕਾਂ ਦੀ ਚੈਕਿੰਗ ਸ਼ੁਰੂ ਕੀਤੀ। ਇਸ ਚੈਕਿੰਗ ਦੌਰਾਨ ਇੱਕ ਟਰੱਕ ਦੀ ਤਲਾਸ਼ੀ ਲੈਣ ਤੇ ਪੁਲਿਸ ਨੂੰ ਟਰੱਕ ਵਿੱਚੋਂ 100 ਕਿਲੋ ਬ੍ਰਾਊਨ ਸ਼ੂਗਰ ਮਿਲੀ। ਇਹ ਬ੍ਰਾਊਨ ਸ਼ੂਗਰ 114 ਪੈਕੇਟਸ ਦੇ ਪੈਕ ਦੇ ਵਿੱਚ ਬੰਦ ਸੀ ਤੇ ਇਹ ਬਾਦਾਮ ਦੀ ਕੰਸਾਈਨਮੈਂਟ ਦੇ ਥੱਲੇ ਲੁਕੋਈ ਹੋਈ ਸੀ। 4 ਮਹੀਨਿਆਂ ਦੇ ਅੰਦਰ ਇਹ ਦੂਜੀ ਵੱਡੀ ਡਰੱਗ ਤਸਕਰੀ ਦੀ ਕੋਸ਼ਿਸ਼ ਸਾਹਮਣੇ ਆਈ ਤੇ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਬਰਾਮਦ ਹੋਈ ਸੀ। I can assure you that this drug is being pumped into J&K to pollute the minds of the youth here and to sully them and to take them away from the mainstream and destroy their futures. ਇਹ ਟਰੱਕ ਪਾਕਿਸਤਾਨ ਹੇਠਾਂ ਕਸ਼ਮੀਰ ਤੋਂ ਬਾਦਾਮ ਦੀ ਕੰਸਾਈਨਮੈਂਟ ਲੈ ਕੇ ਊੜੀ ਦੇ ਇਸਲਾਮਾਬਾਦ ਫੈਸਿਲਿਟੇਸ਼ਨ ਸੈਂਟਰ ਪਹੁੰਚਿਆ ਸੀ ਤੇ ਪੁਲਿਸ ਨੇ ਇਸ ਤੋਂ ਇਹ ਡਰੱਗ ਦੀ ਖੇਪ ਬਰਾਮਦ ਕਰਕੇ ਵੱਡੀ ਕਾਮਯਾਬੀ ਹਾਸਿਲ ਕੀਤੀ। ਪੁਲਿਸ ਮੁਤਾਬਿਕ ਇਹ ਕੰਸਾਈਨਮੈਂਟ ਬਾਂਡੀਪੁਰਾ ਦੇ ਇੱਕ ਵਪਾਰੀ ਦੀ ਸੀ। ਪੁਲਿਸ ਨੇ ਇਸ ਮਾਮਲੇ ਦੇ ਵਿੱਚ ਡਰੱਗ ਤਸਕਰੀ ਦੀ ਧਾਰਾਵਾਂ ਤਹਿਤ ਕੇਸ ਦਰਜ ਕੀਤਾ। ਟਰੱਕ ਡਰਾਈਵਰ ਸਮੇਤ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਤੇ ਪੁੱਛਗਿੱਛ ਕੀਤੀ। ਪੁਲਿਸ ਨੇ ਟਰੱਕ ਨੂੰ ਵੀ ਆਪਣੇ ਕਬਜ਼ੇ ਹੇਠਾਂ ਲਿਆ, ਜਿਸ ਨੂੰ ਕਿ ਪੂਰੀ ਕਾਨੂੰਨੀ ਕਾਰਵਾਈ ਹੋਣ ਤੋਂ ਬਾਅਦ ਹੀ ਪਾਕਿਸਤਾਨ ਵਾਪਸ ਜਾਣ ਦੀ ਅਨੁਮਤੀ ਦਿੱਤੀ ਜਾਵੇਗੀ। ਪੁਲਿਸ ਮੁਤਾਬਿਕ ਇਸ ਖੇਪ ਦੀ ਕੌਮੀ ਬਾਜ਼ਾਰ ਵਿੱਚ ਕੀਮਤ 100 ਕਰੋੜ ਰੁਪਏ ਦੀ ਹੈ। ਉਹਨਾਂ ਨੂੰ ਸ਼ੱਕ ਹੈ ਕਿ ਇਸ ਤਸਕਰੀ ਦੇ ਵਿੱਚ ਪਾਕਿਸਤਾਨ ਦੇ ਕਈ ਅਥਾਰਟੀਜ਼ ਦਾ ਵੀ ਹੱਥ ਹੋ ਸਕਦਾ ਹੈ। After this contraband was seized, we have registered a case, and the procedure is when we register a case, we have to arrest the ferrying driver or the person who is carrying it. So accordingly, under law, the person has been detained and the vehicle has been detained also. But Pak authorities reportedly have refused to take the other vehicles back, which unfortunately indicates that the Pak authorities to some extent are involved or are backing up this kind of a trade. ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਇਹ ਸਾਫ਼ ਹੋ ਚੁੱਕਿਆ ਹੈ ਕਿ ਇਹ ਬ੍ਰਾਊਨ ਸ਼ੂਗਰ ਹੈ। ਦੱਸ ਦਈਏ ਕਿ ਟਰੱਕ ਨੂੰ ਊੜੀ ਇਸਲਾਮਾਬਾਦ ਦੇ ਟ੍ਰੇਡ ਫੈਸਿਲਿਟੇਸ਼ਨ ਸੈਂਟਰ ਬਾਦਾਮ ਦੀ ਕੰਸਾਈਨਮੈਂਟ ਲੈ ਕੇ ਪਾਕਿਸਤਾਨ ਹੇਠਾਂ ਕਸ਼ਮੀਰ ਤੋਂ ਭੇਜਿਆ ਗਿਆ ਸੀ। ਡਰੱਗ ਦੀ ਇਸ ਖੇਪ ਦੀ ਬਰਾਮਦਗੀ ਤੋਂ ਬਾਅਦ ਫਿਲਹਾਲ ਕ੍ਰਾਸ LOC ਟ੍ਰੇਡ ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਕਾਰੋਬਾਰ ਨਾਲ ਦੋਹਾਂ ਦੇਸ਼ਾਂ ਦੇ ਆਰਥਿਕ ਸੰਬੰਧ ਦੀ ਮਜ਼ਬੂਤੀ ਨੂੰ ਲੈ ਕੇ ਇੱਕ ਆਸ ਦੀ ਕਿਰਨ ਜਾਗੀ ਸੀ, ਪਰ ਹੁਣ ਅਜਿਹੀਆਂ ਘਟਨਾਵਾਂ ਨੇ ਇਸ ਵਪਾਰ ਨੂੰ ਸ਼ੱਕ ਦੇ ਘੇਰੇ ਵਿੱਚ ਲੈ ਆਂਦਾ ਹੈ। ਸਿਰਫ ਵਪਾਰ ਨੂੰ ਹੀ ਨਹੀਂ, ਦੋਹਾਂ ਦੇਸ਼ਾਂ ਦੇ ਰਿਸ਼ਤੇ ਵੀ ਸ਼ੱਕ ਦੇ ਦਾਇਰੇ ਵਿੱਚ ਆ ਚੁੱਕੇ ਨੇ। ਪਾਕਿਸਤਾਨ ਦੀ ਜ਼ਿੱਦਬਾਜ਼ੀ ਦੇ ਚੱਕਰ ਦੇ ਵਿੱਚ ਦੋਹਾਂ ਮੁਲਕਾਂ ਦੇ ਵਪਾਰ ਦਾ ਖਾਸਾ ਨੁਕਸਾਨ ਹੋ ਚੁੱਕਿਆ ਹੈ। ਇੱਕ ਵਾਰ ਫਿਰ ਤੋਂ ਜਦੋਂ ਭਾਰਤ ਦੇ ਵੱਲੋਂ ਟਰੱਕਾਂ ਦਾ ਜੱਥਾ ਪਾਕਿਸਤਾਨ ਵਪਾਰ ਦੇ ਲਈ ਸਰਹੱਦ ਪਾਰ ਪਹੁੰਚਿਆ ਤਾਂ ਪਾਕਿਸਤਾਨ ਨੇ ਗੇਟ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ ਤੇ ਫਿਰ ਸਾਫ਼ ਕਰ ਦਿੱਤਾ ਕਿ ਹੁਣ ਵਪਾਰ ਤਾਂ ਹੀ ਹੋਏਗਾ ਜਦ ਉਸ ਦੇ ਸਾਰੇ ਟਰੱਕ ਬਿਨਾਂ ਸ਼ੱਕ ਵਾਪਸ ਆਉਣਗੇ। जब हम यहाँ से गए सिविलियंस को लेके जो वहाँ से आए थे या यहाँ से जो जाने थे, जब हम इनको लेके वहाँ पे ट्रांजिट पॉइंट पे चकराबाग पहुँचे तो पाकिस्तान की तरफ से गेट नहीं खोला गया और हमने 3 बार राब्ता किया वहाँ पे आधे घंटे के इंटरवल के बाद।
तो वहाँ से कोई रिस्पांस हमें नहीं मिला। तो कारण क्या है ये हमें कोई पता नहीं है, लेकिन जो है रास्ता नहीं खोला गया, जिसकी वजह से हमें इन लोगों को वापस। तो कितने लोग थे जाने वाले आज? जो पाकिस्तान से यहाँ आए थे वो थे 26 लोग, और 3 लोग जो हैं यहाँ से जिन्होंने अप्लाई किया था पाकिस्तान जाने के लिए, कुल मिला के 29 लोग थे। तो अब इनका क्या होगा अगले हफ्ते तक? अब जाहिर है कि अगले हफ्ते तक इनका जो परमिट है वो एक्सटेंड करवाना पड़ेगा। वो डीसी साहब से टेकअप किया है, तो वो जैसे ही जो भी प्रॉपर चैनल होकर और वहाँ से करवाएंगे। शफीक अहमद, कहाँ के रहने वाले? बाग आज़ाद कश्मीर। तो क्या हुआ आज यहाँ से वापस गए थे, वापस कैसे? यहाँ से जब हम पहुँचे कस्टम हाउस के पास, उन्होंने कहा जी कि बात यह है कि अभी रखें सामान, उसके बाद हम बताते हैं। उन्होंने हम गाड़ियों से उतारा सामान, उतार के नीचे रखा सामान, रखने के बाद कहने लगे कि शायद आज ना जाए गाड़ी। हमने पूछा क्यों नहीं जा रही है गाड़ी, उसकी वजह बताया जी पाकिस्तान वाले वो गेट नहीं खोल रहे हैं, तो इसलिए हम नहीं मतलब है जा सकते वहाँ। फिर हमने बड़ी कोशिश की, बड़ी रिक्वेस्ट की उनसे, कोई रास्ता निकालें ताकि हम चले जाएं, हमारे पास सामान है इतना, वो अब कैसे उठाएंगे। जिस तरह मैं माजूर आदमी में उठा, इसी तरह कुछ साइलकोट के आदमी थे वो भी परेशान थे, वो राजौरी से आए। अब वो कह रहे कि हम ये सामान लेके राजौरी जाएं, पुंछ रखें, कहाँ पे रखें हम बहुत परेशान हैं। टमाटर लोड लाया था सर ईद के लिए, तो यहाँ से रास्ता नहीं खुल रहे हैं। 3 दिन से यहाँ बैठे हैं, माल भी खराब हो गया और हमारा भी बहुत दिक्कत आ रहे हैं। यहाँ पे बहुत परेशान हो रहे हैं। कोई जो इंतज़ाम था खाने पीने का वो भी, राशन भी ख़त्म हो गया यहाँ पे, तो अभी कुछ मसला हल नहीं हो रहे हैं। ਭਾਰਤ ਤੇ ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ ਵਿੱਚ ਸਰਹੱਦ ਦੀ ਰੇਖਾ ਦੇ ਆਰ-ਪਾਰ ਵਪਾਰ 17 ਜਨਵਰੀ ਤੋਂ 1 ਕੁਇੰਟਲ ਬ੍ਰਾਊਨ ਸ਼ੂਗਰ ਫੜੇ ਜਾਣ ਤੋਂ ਬਾਅਦ ਤੋਂ ਹੀ ਬੰਦ ਪਿਆ ਹੈ। ਭਾਰਤ ਦਾ ਦਾਅਵਾ ਹੈ ਕਿ ਪਾਕਿਸਤਾਨ ਨਾ ਸਗੋਂ ਫੜੀ ਗਈ 1 ਕੁਇੰਟਲ ਬ੍ਰਾਊਨ ਸ਼ੂਗਰ ਨੂੰ ਵਾਪਸ ਮੰਗ ਰਿਹਾ ਹੈ, ਬਲਕਿ ਉਹ ਤਸਕਰੀ ਦਾ ਸਾਮਾਨ ਲੈ ਕੇ ਗਏ ਟਰੱਕ ਡਰਾਈਵਰਾਂ ਦੀ ਵੀ ਰਿਹਾਈ ਮੰਗ ਰਿਹਾ ਹੈ। ਭਾਰਤੀ ਅਧਿਕਾਰੀਆਂ ਮੁਤਾਬਿਕ ਪਾਕਿਸਤਾਨ ਆਪਣੇ ਮੁਲਕ ਵਿੱਚ ਇਸ ਕੇਸ ਦਾ ਮੁਕੱਦਮਾ ਚਲਾਉਣਾ ਚਾਹੁੰਦਾ ਹੈ, ਜਦਕਿ ਭਾਰਤੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦ ਅਪਰਾਧੀ ਇਹ ਭਾਰਤ ਤੋਂ ਫੜਿਆ ਗਿਆ ਹੈ ਤਾਂ ਮੁਕੱਦਮਾ ਵੀ ਇੱਥੇ ਹੀ ਚੱਲਣਾ ਚਾਹੀਦਾ ਹੈ। ਨਵੰਬਰ 2003 ਵਿੱਚ ਭਾਰਤ ਅਤੇ ਪਾਕਿਸਤਾਨ ਨੇ ਕਸ਼ਮੀਰ ਵਿੱਚ ਨਿਯੰਤਰਣ ਰੇਖਾ ਤੇ ਸੰਘਰਸ਼ ਵਿਰਾਮ ਕੀਤਾ ਸੀ। ਸਾਲ 2005 ਵਿੱਚ ਭਾਰਤ ਤੇ ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ ਦੇ ਦੋਨਾਂ ਹਿੱਸਿਆਂ ਵਿੱਚ ਹਜ਼ਾਰਾਂ ਲੋਕਾਂ ਨੂੰ ਆਪਸ ਵਿੱਚ ਜੋੜਨ ਦੇ ਲਈ ਨਿਯੰਤਰਣ ਰੇਖਾ ਦੇ ਆਰ-ਪਾਰ ਹੋ ਜਾਣ ਦੇ ਲਈ ਰਸਤੇ ਖੋਲੇ ਗਏ ਸਨ। ਜਦਕਿ ਦਸੰਬਰ 2008 ਵਿੱਚ ਪੁੰਛ ਦੇ ਚੱਕਾ ਦਾ ਬਾਗ ਤੇ ਇਸਲਾਮਾਬਾਦ ਤੋਂ ਭਾਰਤ ਤੇ ਪਾਕਿਸਤਾਨ ਵਾਲੇ ਕਸ਼ਮੀਰ ਤੋਂ ਵਪਾਰ ਸ਼ੁਰੂ ਹੋਇਆ। ਇਸ ਵਪਾਰ ਵਿੱਚ ਇਸਤੇਮਾਲ ਹੋਣ ਵਾਲੀ ਭਾਰਤ ਤੇ ਪਾਕਿਸਤਾਨ ਦੇ ਵਿੱਚ ਹੋਣ ਵਾਲੇ ਵਪਾਰ ਤੇ ਸਹਿਮਤੀ ਨਾ ਹੋਣ ਕਰਕੇ ਇਸ ਵਪਾਰ ਨੂੰ ਕੁਝ ਹੀ ਚੀਜ਼ਾਂ ਦੀ ਅਦਲਾ ਬਦਲੀ ਦੇ ਆਧਾਰ ਤੇ ਕੀਤਾ ਗਿਆ। ਇਹ ਵਪਾਰ ਹਫ਼ਤੇ ਵਿੱਚ 4 ਦਿਨ ਹੁੰਦਾ ਹੈ, ਜਿਸ ਵਿੱਚ 600 ਟਰੱਕ ਮਾਲ ਆਂਦਾ ਹੈ ਤੇ ਇੰਨਾ ਹੀ ਜਾਂਦਾ ਹੈ। ਦੋਨੋਂ ਪਾਸੇ ਮੇਵੇ, ਤਾਜ਼ੇ ਫਲ, ਦਸਤਕਾਰੀ ਤੇ ਸਬਜ਼ੀਆਂ ਵਰਗੀ 22 ਤਰ੍ਹਾਂ ਦੀ ਵਸਤੂਆਂ ਤੇ ਵਪਾਰ ਤੇ ਮਨਜ਼ੂਰੀ ਹੋਈ। ਜੰਮੂ ਕਸ਼ਮੀਰ ਦੇ ਵਿੱਚ ਵਪਾਰੀ ਸੰਗਠਨਾਂ ਦਾ ਮੰਨਣਾ ਹੈ ਕਿ ਇਸ ਵਪਾਰ ਦੀ ਗਿਣਤੀ ਉਨੀ ਮਹੱਤਵਪੂਰਨ ਨਹੀਂ ਹੈ ਜਿੰਨਾ ਕਿ ਇਸ ਦਾ ਚੱਲਦੇ ਰਹਿਣਾ ਹੈ, ਕਿਉਂਕਿ ਇਸ ਦੇ ਨਾਲ ਦੋਹਾਂ ਮੁਲਕਾਂ ਦੇ ਵਿੱਚ ਵਪਾਰ ਵੀ ਵਧੇਗਾ ਤੇ ਰਿਸ਼ਤੇ ਵੀ। ਇਸ ਵਪਾਰ ਨੂੰ ਲੈ ਕੇ ਦੋਹਾਂ ਪਾਸੇ ਜੋਸ਼ ਵੀ ਵਿਖਿਆ ਤੇ ਲੋਕਾਂ ਨੂੰ ਆਰਥਿਕ ਲਾਭ ਦੇ ਨਾਲ-ਨਾਲ ਰੋਜ਼ਗਾਰ ਵੀ ਮਿਲਿਆ, ਪਰ ਤਾਜ਼ੇ ਵਿਵਾਦ ਨੇ ਸਭ ਕੁਝ ਬੰਦ ਕਰ ਦਿੱਤਾ ਹੈ। ਦੱਸ ਦਈਏ ਕਿ ਨਿਯੰਤਰਣ ਰੇਖਾ ਦੇ ਦੋਨੋਂ ਪਾਸੇ ਤਕਰੀਬਨ 138 ਭਾਰਤ-ਪਾਕਿਸਤਾਨ ਨਾਗਰਿਕ ਫਸੇ ਹੋਏ ਨੇ, ਜਿਨ੍ਹਾਂ ਵਿੱਚੋਂ 53 ਨਾਗਰਿਕ ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ ਦੇ ਤੇ 85 ਨਾਗਰਿਕ ਪਾਕਿਸਤਾਨ ਦੇ ਇਸ ਪਾਰ ਪੁੰਛ ਤੇ ਰਾਜੌਰੀ ਵਿੱਚ ਫਸੇ ਹੋਏ ਨੇ। ਇਹ ਸਾਰੇ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਇੱਧਰ ਮਿਲਣ ਦੇ ਲਈ ਛਟਪਟਾ ਰਹੇ ਨੇ। ਪੀਡੀਪੀ ਦੇ ਨੇਤਾ ਮੰਨਦੇ ਨੇ ਕਿ ਇਹ ਵਿਵਾਦ ਇੰਨਾ ਵੱਡਾ ਨਹੀਂ, ਤਾਂ ਭਾਰਤ ਨੂੰ ਇਸ ਵਿਵਾਦ ਨੂੰ ਇੰਨਾ ਖਿੱਚਣਾ ਨਹੀਂ ਚਾਹੀਦਾ। ਜੇ ਵਪਾਰ ਰੁਕਦਾ ਹੈ ਤਾਂ ਇਹਦਾ ਸਿੱਧਾ ਨੁਕਸਾਨ ਰਾਜੌਰੀ ਪੁੰਛ ਦੇ ਲੋਕਾਂ ਦਾ ਹੋਵੇਗਾ। ਬਹਰਹਾਲ ਪਾਕਿਸਤਾਨ ਤੋਂ ਹੋ ਰਹੀ ਨਸ਼ਿਆਂ ਦੀ ਤਸਕਰੀ ਤੇ ਰੋਕ ਲਗਾਉਣ ਦੇ ਲਈ ਭਾਰਤ ਦੇ ਕਦਮ ਨੂੰ ਗਲਤ ਨਹੀਂ ਕਿਹਾ ਜਾ ਸਕਦਾ। ਸਾਲ 2008 ਦੇ ਵਿੱਚ ਜਦੋਂ ਦੋਹਾਂ ਮੁਲਕਾਂ ਦੇ ਵਿੱਚ ਵਪਾਰ ਅਤੇ ਰਿਸ਼ਤਿਆਂ ਨੂੰ ਸੁਧਾਰਨ ਦੇ ਲਈ ਵਪਾਰ ਦੇ ਰਾਹ ਖੋਲੇ ਗਏ ਸੀ ਤਾਂ ਇੱਕ ਉਮੀਦ ਬਚੀ ਸੀ ਕਿ ਵਪਾਰ ਦੇ ਨਾਲ-ਨਾਲ ਰਿਸ਼ਤੇ ਵੀ ਸੁਖਾਲੇ ਹੋ ਜਾਣਗੇ, ਪਰ ਸਿਰਫ ਜ਼ਿੱਦਬਾਜ਼ੀ ਨੇ ਜਿੱਥੇ ਵਪਾਰ ਰੋਕ ਕੇ ਰੱਖ ਦਿੱਤਾ ਹੈ, ਉੱਥੇ ਹੀ ਨਿਰਦੋਸ਼ ਟਰੱਕ ਡਰਾਈਵਰਾਂ ਦੀ ਜਾਨ ਵੀ ਸਰਹੱਦਾਂ ਦੇ ਪੇਚਾਂ ਦੇ ਵਿੱਚ ਫਸ ਚੁੱਕੀ ਹੈ।
ਅੱਜ ਪਾਕਿਸਤਾਨ ਨੂੰ ਜ਼ਿੱਦਬਾਜ਼ੀ ਛੱਡ ਕੇ ਆਪਣੇ ਟਰੱਕ ਵਾਪਿਸ ਲੈਣੇ ਚਾਹੀਦੇ ਨੇ ਤੇ ਵਪਾਰ ਨੂੰ ਅੱਗੇ ਤੋਰਨ ਦੇ ਲਈ ਬ੍ਰਾਊਨ ਸ਼ੂਗਰ ਦੀ ਜਾਂਚ ਦੇ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋ ਵਪਾਰ ਦੀ ਆੜ ਦੇ ਵਿੱਚ ਸਿਰਫ ਵਪਾਰ ਹੀ ਹੋ ਸਕੇ, ਨਾ ਕਿ ਤਸਕਰੀ।